ਟੌਪਿਕ ਹੈਗਾ ਕੰਪੋਨੈਂਟਸ ਆਫ ਮਦਰਬੋਰਡ। ਮੀਨਸ ਕਿ ਮਦਰਬੋਰਡ ਦੇ ਉੱਪਰ ਕਿਹੜੇ ਕਿਹੜੇ ਕੰਪੋਨੈਂਟਸ ਹੁੰਦੇ ਹੈਗੇ ਆ, ਕੁਝ ਤੁਹਾਨੂੰ ਆਈਡੀਆ ਹੈਗਾ ਇਹਦੇ ਕੰਪੋਨੈਂਟਸ ਦਾ। ਪਰ ਫਿਰ ਮੈਂ ਸਭ ਤੋਂ ਪਹਿਲਾ ਜਿਹੜਾ ਮੇਜਰ ਕੰਪੋਨੈਂਟ ਹੈਗਾ ਡੈਟ ਇਜ਼ CPU। CPU ਬੇਸਿਕਲੀ ਕੀ ਹੈ, CPU ਤਾਂ ਹੁੰਦਾ ਹੀ ਆ, ਪਰ CPU ਕਾਹਦੇ ਹੁੰਦਾ ਹੈਗਾ, CPU ਸੌਕਟ ਔਰ ਸਲੌਟ। ਮੇਨਲੀ ਕੀ ਹੈ, ਸਭ ਤੋਂ ਪਹਿਲਾਂ ਕੀ ਹੈ, ਜਿਹੜਾ ਮਦਰਬੋਰਡ ਹੁੰਦਾ ਹੈਗਾ, ਮਦਰਬੋਰਡ ਦੇ ਉੱਪਰ ਕੀ ਹੈ, ਇੱਕ ਸਲੌਟ ਬਣਿਆ ਹੁੰਦਾ ਹੈਗਾ ਜਿਹਨੂੰ CPU ਸਲੌਟ ਕਹਿ ਦਿੰਦੇ ਹੈਗੇ ਆ ਜਾਂ CPU ਸੌਕਟ ਕਹਿ ਦਿੰਦੇ ਹੈਗੇ ਆ। ਉਹਦਾ ਕੰਮ ਕੀ ਹੈ, ਜਦੋਂ ਆਪਾਂ ਬਾਏ ਕਰਦੇ ਹਾਂ ਮਦਰਬੋਰਡ, ਤਾਂ ਉਹਦੇ ਉੱਪਰ ਕਦੇ ਵੀ ਤੁਸੀਂ ਦੇਖੋਗੇ ਉਹਦੇ ਉੱਪਰ ਮਦਰਬੋਰਡ ਦੇ ਉੱਪਰ CPU ਫਿੱਟ ਨਹੀਂ ਕੀਤਾ ਹੁੰਦਾ ਹੈਗਾ। ਜਦੋਂ ਵੀ ਕੋਈ ਅਸੈਂਬਲ ਕਰਦਾ ਸਿਸਟਮ ਨੂੰ, ਤਾਂ ਮਦਰਬੋਰਡ ਨੂੰ ਅਲੱਗ ਬਾਏ ਕਰਦਾ ਹੈਗਾ ਤੇ CPU ਦੀ ਅਸੈਂਬਲੀ ਅਲੱਗ ਹੁੰਦੀ ਹੈ। ਜਿਹੜਾ CPU ਹੋਊਗਾ, CPU ਦੀ ਇੱਕ ਫੁੱਲ ਫਲੈਜ ਅਸੈਂਬਲੀ ਹੁੰਦੀ ਹੈ। ਫੁੱਲ ਫਲੈਜ ਅਸੈਂਬਲੀ ਦਾ ਮਤਲਬ ਕੀ ਹੈ, ਤੁਹਾਡਾ ਨੀਚੇ CPU ਹੋਊਗਾ, ਠੀਕ ਹੈ, ਆ ਜਿਸ ਤਰ੍ਹਾਂ ਮੈਂ ਡਾਇਗਰਾਮ ਬਣਾ ਦੇਣਾ ਹੈਗਾ, ਆ ਨੀਚੇ CPU ਹੈ, ਇਹ ਜੇ CPU ਹੈਗਾ ਮਤਲਬ ਇਹ ਚਿਪਸ ਆਉਣੀ ਹੈ, ਤਾਂ ਕਰਕੇ CPU ਹੈ, ਇਹ ਐਕਚੁਅਲੀ ਇਸ ਫਾਰਮ ਚ ਹੁੰਦਾ ਹੈਗਾ, ਇਸ ਤਰ੍ਹਾਂ ਐਂ ਕਹਿ ਸਕਦੇ। ਇਹ CPU ਹੋਏਗਾ, ਇਹ ਸਲੌਟ ਲੱਗੂਗਾ ਇਹਦੇ ਚ, ਇਹ ਸਲੌਟ ਦੇ ਵਿੱਚ। ਇਹਦੇ ਉੱਪਰ ਕੀ ਹੁੰਦਾ ਹੈਗਾ, ਇਹਦੇ ਉੱਪਰ ਤੁਸੀਂ ਦੇਖੋਗੇ, ਇਹਦੇ ਉੱਪਰ ਇੱਕ ਇਹਦਾ ਢਾਂਚਾ ਬਣਿਆ ਹੁੰਦਾ ਹੈਗਾ ਸਾਰਾ, ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ, ਡੈਟ ਇਜ਼ ਹੀਟ ਸਿੰਕ। ਹੀਟ ਸਿੰਕ ਜਿਹਦੇ ਉੱਪਰ ਕੀ ਆ, ਤਾਂ ਕਿ ਜਿਹੜਾ ਹੀਟ ਅਬਜ਼ੌਰਬ ਹੋਵੇ। ਤੇ ਇਹਦੇ ਉੱਪਰ ਕੀ ਆ, ਇੱਥੇ ਕੀ ਲੱਗਿਆ ਹੁੰਦਾ, ਫੈਨ ਲੱਗਿਆ ਹੁੰਦਾ, ਇੱਥੇ ਕੀ ਲੱਗਿਆ ਹੁੰਦਾ, ਫੈਨ, ਜਿਹੜਾ ਫੈਨ ਘੁੰਮਦਾ ਹੈਗਾ। ਸੋ ਇਹ ਪੂਰੀ ਦੀ ਪੂਰੀ ਅਸੈਂਬਲੀ ਜਿਹੜੀ ਆ ਮਾਰਕੀਟ ਜਦੋਂ ਬਾਏ ਕਰਦੇ ਹੈਗੇ ਆ, ਮਦਰਬੋਰਡ ਅਲੱਗ ਮਿਲਦਾ ਹੈਗਾ ਤੇ CPU ਦੀ ਅਸੈਂਬਲੀ ਅਲੱਗ ਮਿਲਦੀ। ਇਸ ਵਿੱਚ ਕੀ CPU ਹੋਊਗਾ, ਪ੍ਰੋਸੈਸਰ ਹੋਏਗਾ ਤੁਹਾਡਾ, ਫਿਰ ਉੱਪਰ ਹੀਟ ਸਿੰਕ ਲੱਗਿਆ ਹੈਗਾ ਐਲੂਮੀਨੀਅਮ ਦਾ, ਤਾਂ ਕਿ ਜਿਹੜਾ ਕੀ ਆ ਹੀਟ ਨੂੰ ਅਬਜ਼ੌਰਬ ਕਰਦਾ ਹੈਗਾ, ਤੇ ਉੱਪਰ ਫੈਨ ਹੁੰਦਾ ਹੈਗਾ ਜਿਹੜਾ ਕਿ ਕੂਲਿੰਗ ਵਾਸਤੇ ਹੁੰਦਾ ਹੈਗਾ। ਸੋ ਜਿਹੜਾ CPU ਸੌਕਟਸ ਹੈ, ਇਹ ਵੀ ਅਲੱਗ-ਅਲੱਗ ਟਾਈਮ ਚ ਅਕੋਰਡਿੰਗਲੀ ਅਲੱਗ-ਅਲੱਗ ਚੇਂਜ ਆਈ। ਜਿਹੜੇ ਪਹਿਲਾਂ ਪ੍ਰੋਸੈਸਰ ਹੁੰਦੇ ਸੀ ਉਹ ਡਿਫਰੈਂਟ ਟਾਈਪ ਦੇ ਹੁੰਦੇ ਸੀਗੇ। ਸੋ ਜਿਸ ਤਰ੍ਹਾਂ ਦਾ ਪ੍ਰੋਸੈਸਰ ਹੋਏਗਾ ਉਸ ਤਰ੍ਹਾਂ ਦੀ ਹੀ ਸੌਕਟ ਹੋਏਗੀ। ਸੋ ਅੱਜ ਕੱਲ੍ਹ ਜਿਹੜੇ ਸੌਕਟ ਹੈ, ਜਦੋਂ ਆਪਾਂ CPU ਨੂੰ ਫਿੱਟ ਕਰਨਾ ਹੈਗਾ, ਤਾਂ ਸੌਕਟ ਦੇ ਉੱਪਰ ਆਪਾਂ ਪਲੇਸ ਕਰ ਦਿੰਦੇ ਹਾਂ। ਤੇ ਅੱਜ ਕੱਲ੍ਹ ਜਿਹੜੇ ਪਹਿਲਾਂ ਕੀ ਹੁੰਦਾ ਸੀ, ਪਿੰਸ ਹੁੰਦੀਆਂ, ਪਿੰਸ ਵਿੱਚ ਫਿਕਸ ਹੋ ਜਾਂਦੀਆਂ ਸੀਗੀਆਂ, ਫਿਰ ਆਪਾਂ ਲੌਕ ਲਗਾ ਦਿੰਦੇ ਸੀਗੇ। ਅੱਜ ਕੱਲ੍ਹ ਜਿਹੜੇ CPU ਆ ਰਹੇ ਹੈਗੇ ਆ, ਉਹ ਜਿਹੜਾ ਸੌਕਟ ਆ ਰਹੀ ਹੈ ਉਹ ZIF ਵਗੈਰਾ ਵੀ ਹੁੰਦੀ ਹੈ, ਜ਼ੀਰੋ ਇਨਸਰਸ਼ਨ ਫੋਰਸ। ਮਤਲਬ ਕੀ ਹੈ, ਸਾਨੂੰ ਉਹਨੂੰ ਫਿਕਸ ਕਰਨ ਵਾਸਤੇ ਕੀ ਹੈ, ਫੋਰਸ ਨਹੀਂ ਲਗਾਉਣੀ ਪੈਂਦੀ, ਜਸਟ ਆਪਾਂ ਪਲੇਸ ਕਰ ਦਿੰਦੇ ਹਾਂ ਉਹਦੇ ਉੱਪਰ, ਤੇ ਇੱਕ ਇਦਾਂ ਦਾ ਲੌਕ ਹੁੰਦਾ, ਲੌਕ ਲਗਾ ਦਿੰਦੇ ਹੈਗੇ ਆ, ਤੇ ਜ਼ੀਰੋ ਇਨਸਰਸ਼ਨ ਫੋਰਸ ਕਹਿੰਦੇ ਇਹਨੂੰ, ZIF, ਜ਼ੀਰੋ ਇਨਸਰਸ਼ਨ ਫੋਰਸ। ਸੋ ਇੱਕ ਲੀਵਰ ਲੱਗਿਆ ਹੁੰਦਾ, ਲੀਵਰ ਨੂੰ ਆਪਾਂ ਜਿਸ ਤਰ੍ਹਾਂ ਕਿ ਇਹ ਸੌਕਟ ਆ, ਇੱਥੇ ਨਾਲ ਕੀ ਹੈ, ਇੱਥੇ ਲੀਵਰ ਲੱਗਿਆ ਹੁੰਦਾ, ਲੀਵਰ ਨੂੰ ਉਠਾ ਦਿੰਦੇ ਹੈਗੇ ਆ ਤੇ CPU ਨੂੰ ਪਲੇਸ ਕਰ ਦਿੰਦੇ ਆ, ਲੀਵਰ ਨੂੰ ਫਿਰ ਬੰਦ ਕਰ ਦਿੰਦੇ ਹੈਗੇ। ਸੋ ਇਹਦੇ ਨਾਲ ਕੀ ਜ਼ੀਰੋ ਇਨਸਰਸ਼ਨ ਫੋਰਸ ਆ। ਸਭ ਤੋਂ ਪਹਿਲਾਂ ਫਿਰ CPU ਸੌਕਟ ਚ ਕੀ ਹੈ, CPU ਆਪਾਂ ਪਲੇਸ ਕਰਦੇ ਹੈਗੇ ਆ। ਸੋ ਡਿਫਰੈਂਟ ਟਾਈਪ ਦੀ ਜਿਹੜੀ ਆਪਣੀ ਸਲੌਟਸ ਹੈਗੀਆਂ, ਡਿਫਰੈਂਟ ਤਰ੍ਹਾਂ ਦੇ ਪ੍ਰੋਸੈਸਰ। ਇਹ ਨਹੀਂ ਆ ਵੀ ਤੁਹਾਡੇ ਕੋਲ ਜੇ ਪੈਂਟੀਅਮ ਪ੍ਰੋਸੈਸਰ ਹੈ ਜਾਂ ਪੈਂਟੀਅਮ ਦਾ ਮਦਰਬੋਰਡ ਹੈ, ਤੇ ਤੁਹਾਡੇ ਕੋਲ ਜੇ ਕੋਈ ਅੱਜ ਕੱਲ੍ਹ i3 ਜਾਂ i5 ਦਾ ਪ੍ਰੋਸੈਸਰ ਹੈ, ਤਾਂ ਇਹ ਨਹੀਂਗਾ ਵੀ ਜਿਹੜਾ ਪ੍ਰੋਸੈਸਰ ਇਹ ਵਾਲਾ ਹੈਗਾ ਉਹ ਸੌਕਟ ਚ ਲੱਗ ਜਾਏਗਾ। ਸੋ ਜਿਹੜਾ ਜਿੱਦਾਂ ਦਾ ਹੀ ਪ੍ਰੋਸੈਸਰ ਹੈ, ਜਿੱਦਾਂ ਦਾ ਮਦਰਬੋਰਡ ਹੈ, ਉਸੇ ਤਰ੍ਹਾਂ ਦਾ ਸਲੌਟ ਆਏਗਾ। ਮਤਲਬ ਕੀ ਹੈ, ਕੁਝ ਕੰਪੈਟੀਬਿਲਿਟੀ ਹੁੰਦੀ ਹੈ, ਪਰ ਬਹੁਤੀ ਕੰਪੈਟੀਬਿਲਿਟੀ ਨਹੀਂ ਹੁੰਦੀ। ਵੀ ਜਿਹੜੇ ਨਵੇਂ ਪ੍ਰੋਸੈਸਰ ਆ ਪੁਰਾਣੇ ਸਲੌਟ ਚ ਨਹੀਂ ਲਗਾ ਸਕਦੇ, ਕਿਉਂਕਿ ਉਹਦੀ ਫਿਟਿੰਗ ਨਹੀਂ ਹੋਏਗੀ, ਉਹਦੇ ਨੰਬਰ ਆਫ ਪਿੰਸ ਦਾ ਫਰਕ ਹੋਏਗਾ। ਤੇ ਜ਼ਿਆਦਾਤਰ ਜਿਹੜੇ CPU ਹੁੰਦੇ ਹੈਗੇ ਆ, ਉਹ PGA ਦੀ ਫਾਰਮ ਚ ਹੁੰਦੇ ਆ। PGA ਕੀ ਹੁੰਦਾ ਹੈਗਾ, ਪਿਨ ਗ੍ਰਿਡ ਐਰੇ, ਪਿਨ ਗ੍ਰਿਡ ਐਰੇ ਦੀ ਫਾਰਮ ਚ ਵੀ ਹੁੰਦੇ ਹੈਗੇ ਆ। ਤੇ ਇਸ ਤੋਂ ਇਲਾਵਾ ਵੀ ਇਹਦੇ ਚ ਇੱਕ ਡਿਫਰੈਂਸ ਹੁੰਦਾ, ਅੱਜ ਕੱਲ੍ਹ ਪਿਨ ਗ੍ਰਿਡ ਐਰੇ ਤੋਂ ਬਿਨਾਂ ਵੀ ਇੱਕ ਹੋਰ ਸਲੌਟ ਵੀ ਆਉਂਦੇ ਹੈਗੇ ਆ। ਸੋ ਉਹਦੇ ਚ ਵੀ ਲੱਗਦੇ ਆ, ਪਰ ਜ਼ਿਆਦਾਤਰ ਕੀ ਪਿਨ ਗ੍ਰਿਡ ਐਰੇ ਦੀ ਫਾਰਮ ਚ ਹੀ ਹੁੰਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਜਿਹੜਾ ਕੰਪੋਨੈਂਟ ਕੀ ਹੈਗਾ, CPU ਸੌਕਟ, ਇਹਨੂੰ LGA ਵੀ ਕਹਿੰਦੇ। ਇੱਕ LGA ਵੀ ਆ ਰਿਹਾ ਅੱਜ ਕੱਲ੍ਹ, ਪਿਨ PGA ਹੁੰਦਾ ਸੀ, LGA। ਉਹਦੇ ਚ ਕੀ ਆ, ਲੈਂਡ ਗ੍ਰਿਡ ਐਰੇ ਦੇ ਅਕੋਰਡਿੰਗਲੀ ਜਿਹੜੀ ਕੰਪੋਨੈਂਟ ਦੀ ਪਲੇਸਮੈਂਟ ਹੁੰਦੀ ਆ। ਸੋ ਜਿਹੜਾ ਇੱਕ ਮੇਜਰ ਕੰਪੋਨੈਂਟ ਕਿਹੜਾ ਹੋ ਗਿਆ ਤੁਹਾਡਾ, CPU ਸੌਕਟ, ਜਿਹਦੇ ਤੁਸੀਂ CPU ਪਲੇਸ ਕਰਨਾ ਹੈ।
ਉਸ ਤੋਂ ਬਾਅਦ ਦੂਸਰਾ ਜਿਹੜਾ ਕੰਪੋਨੈਂਟ ਹੈਗਾ, ਸੈਕੰਡ ਕੰਪੋਨੈਂਟ ਇਜ਼ ਮੈਮਰੀ ਸਲੋਟ। ਸੈਕੰਡ ਕੰਪੋਨੈਂਟ ਕਿਹੜਾ ਹੈਗਾ, ਮੈਮਰੀ ਸਲੋਟ। ਇਹਨੂੰ ਮੈਮਰੀ ਸਲੋਟ ਵੀ ਕਹਿੰਦੇ ਗਿਆ ਤੇ ਇਹਨੂੰ ਰੈਮ ਸਲੋਟ ਵੀ ਕਹਿੰਦੇ ਆ। ਕੀ ਕਹਿੰਦੇ ਆ, ਰੈਮ ਸਲੋਟ। ਰੈਮ ਸਲੋਟ ਮੀਨਸ ਕੀ ਹੈ, ਹੁਣ ਕੀ ਹੈ, ਕੋਈ ਵੀ ਸਿਸਟਮ ਹੈ ਤਾਂ ਉਹਦੇ ਲਈ ਕੀ ਸਭ ਤੋਂ ਮੈਂਡੇਟਰੀ ਕੀ ਹੈ, ਇੱਕ ਤਾਂ ਤੁਹਾਡੀ ਪਰਮਾਨੈਂਟ ਸਟੋਰੇਜ ਜਿਹੜੀ ਹੁੰਦੀ ਹੈਗੀ ਆ, ਉਹ ਕਿਹੜੀ ਹੁੰਦੀ ਹੈਗੀ ਆ, ਕਿਹੜੀ ਹੁੰਦੀ ਹੈ ਪਰਮਾਨੈਂਟ ਸਟੋਰੇਜ ਸਿਸਟਮ ਦੇ ਵਿੱਚ, ਬੋਲੋ ਪਰਮਾਨੈਂਟ ਸਟੋਰੇਜ ਕਿਹੜੀ ਹੁੰਦੀ ਹੈਗੀ ਆ, ਐਨੀਵਨ? ਆਵਾਜ਼ ਆ ਰਹੀ ਹੈ ਮੇਰੀ? हाँ, ਸੈਕੰਡਰੀ ਮੈਮਰੀ ਕਿਹੜੀ ਹੁੰਦੀ ਹੈਗੀ ਆ, ਐਗਜ਼ਾਮਪਲ? ਹਾਂ ਬਿਲਕੁਲ ਠੀਕ ਆ, ਇਹ ਇੱਕ, ਹਾਂ ਠੀਕ ਹੈ। ਬੇਸਿਕਲੀ ਜੇ ਆਪਾਂ ਮੈਮਰੀ ਨੂੰ ਡਿਵਾਈਡ ਕਰੀਏ ਨਾ, ਜੇ ਮੈਮਰੀ ਹੈ, ਮੈਮਰੀ ਦੋ ਪਾਰਟਸ ਡਿਵਾਈਡ ਹੁੰਦੀ ਹੈ, ਪ੍ਰਾਇਮਰੀ ਐਂਡ ਸੈਕੰਡਰੀ। ਜਿਹੜੀ ਪ੍ਰਾਇਮਰੀ ਮੈਮਰੀ ਆ ਉਹਦੇ ਚ ਕੀ ਆ ਜਾਂਦਾ, ਰੈਮ ਐਂਡ ਰੋਮ। ਜਿਹੜੀ ਸੈਕੰਡਰੀ ਮੈਮਰੀ ਉਹਦੇ ਅੰਦਰ ਤੁਹਾਡਾ ਆ ਜਾਂਦਾ ਹੈਗਾ, ਤੁਹਾਡੀ ਹਾਰਡ ਡਿਸਕ ਡਰਾਈਵ ਆ ਗਈ, CD ਡਰਾਈਵ ਆ ਗਈ ਆ, ਜਾਂ FD ਫਲੋਪੀ ਡਿਸਕ ਡਰਾਈਵ ਹੈਗੀ ਆ। ਇਹ ਸਾਰੇ ਕਿਹੜੇ ਆ ਜਾਂਦੇ ਆ, ਜਿਹੜੇ ਪਰਮਾਨੈਂਟ ਸਟੋਰੇਜ ਆ, ਇਹ ਕੀ ਹੈਗੇ ਆ, ਇਹ ਤੁਹਾਡੇ ਕੀ ਹੈ, ਦਿਸ ਇਜ਼ ਸੈਕੰਡਰੀ ਸਟੋਰੇਜ। ਜਿਹੜਾ ਸੈਕੰਡਰੀ ਸਟੋਰੇਜ ਆ ਨਾਰਮਲੀ ਕੀ ਹੁੰਦਾ ਹੈ, ਇਹ ਪਰਮਾਨੈਂਟ ਹੁੰਦਾ ਹੈਗਾ, ਇਟ ਇਜ਼ ਪਰਮਾਨੈਂਟ ਸਟੋਰੇਜ, ਠੀਕ ਹੈ। ਜਿਹੜੀ ਪ੍ਰਾਇਮਰੀ ਮੈਮਰੀ ਹੁੰਦੀ ਹੈਗੀ ਆ, ਬੇਸਿਕਲੀ ਕੀ ਹੈ, ਇਹ ਕੀ ਹੈ, ਟੈਂਪਰੇਰੀ ਮੈਮਰੀ ਹੁੰਦੀ ਹੈ, ਟੈਂਪਰੇਰੀ ਮੈਮਰੀ। ਇਹਦੇ ਵਿੱਚ ਜ਼ਿਆਦਾਤਰ ਕੀ ਹੈ, ਰੈਮ ਕੀ ਹੈ, ਟੈਂਪਰੇਰੀ ਮੈਮਰੀ ਹੈ। ਸੋ ਜਦੋਂ ਵੀ ਆਪਾਂ ਕੰਪਿਊਟਰ ਤੇ ਕੰਮ ਕਰ ਰਹੇ ਹੁੰਦੇ ਹਾਂ, ਆਪਾਂ ਕਦੇ ਵੀ ਬਹੁਤ ਘੱਟ ਚਾਂਸ ਆਪਾਂ ਜ਼ਿਆਦਾ ਕਾਹਦੇ 'ਚ ਕੰਮ ਕਰ ਰਹੇ ਹੁੰਦੇ ਹਾਂ, ਆਪਾਂ ਰੈਮ 'ਚ, ਰੈਂਡਮ ਐਕਸੈਸ ਮੈਮਰੀ 'ਚ ਕੰਮ ਕਰ ਰਹੇ ਹੁੰਦੇ ਹਾਂ। ਸੋ ਜਦੋਂ ਤਾਂ ਹੀ ਆਪਾਂ ਕਈ ਵਾਰ ਕਹਿੰਦੇ ਨਾ, ਤੁਸੀਂ ਲਾਈਟ ਚਲੀ ਜਾਂਦੀ, ਤੁਸੀਂ ਵਰਡ ਦਾ ਡਾਕੂਮੈਂਟ ਖੋਲ੍ਹਿਆ ਹੋਏਗਾ, ਤੁਸੀਂ ਕਹਿੰਦੇ ਹੋ ਤਾਂ ਸਾਡੇ ਕੰਟੈਂਟਸ ਡਿਲੀਟ ਹੋ ਗਏ। ਬੇਸਿਕਲੀ ਕੀ ਹੁੰਦਾ ਹੈਗਾ, ਰੈਮ ਇਜ਼ ਵੋਲੇਟਾਈਲ, ਤਾਂ ਹੀ ਆਪਾਂ ਇਹਨੂੰ ਕਹਿੰਦੇ ਹਾਂ ਵੋਲੇਟਾਈਲ ਮੈਮਰੀ। ਵੋਲੇਟਾਈਲ ਦਾ ਮਤਲਬ ਕੀ ਹੈ, ਇਹ ਪਾਵਰ ਨਾਲ ਕਨੈਕਟਡ ਹੈ, ਜੇ ਇਹਨੂੰ ਪਾਵਰ ਮਿਲਦੀ ਰਹੇਗੀ ਤਾਂ ਆਨ ਰਹੇਗੀ, ਜੇ ਇਹਨੂੰ ਪਾਵਰ ਆਫ ਹੋ ਜਾਏਗੀ ਤਾਂ ਇਹਦੇ ਕੰਟੈਂਟਸ ਕੀ ਹੈ, ਡਿਲੀਟ ਹੋ ਜਾਂਦੇ ਹੈਗੇ ਆ। ਸੋ ਕੀ ਹੈ, ਸੋ ਹਮੇਸ਼ਾ ਜਦੋਂ ਵੀ ਤੁਸੀਂ ਕੰਮ ਕਰਦੇ ਆ, ਕਾਹਦੇ 'ਚ ਕੰਮ ਕਰਦੇ ਆ, ਰੈਮ 'ਚ ਕੰਮ ਕਰਦੇ ਆ, ਰੈਂਡਮ ਐਕਸੈਸ ਮੈਮਰੀ, ਠੀਕ ਹੈ। ਸੋ ਜਦੋਂ ਵੀ ਤੁਸੀਂ ਰੈਮ 'ਚ ਕੰਮ ਕਰਦੇ ਹੈਗੇ, ਚਾਹੇ ਵਰਡ ਦੇ ਡਾਕੂਮੈਂਟ 'ਚ ਕਰ ਰਹੇ ਆ, ਤੁਸੀਂ ਰੈਮ 'ਚ ਕੰਮ ਕਰ ਰਹੇ ਹੁੰਦੇ ਆ। ਸੋ ਜਦੋਂ ਤੁਸੀਂ ਇਹਨੂੰ ਪਰਮਾਨੈਂਟਲੀ ਸਟੋਰ ਕਰਨਾ, ਤੁਸੀਂ ਕਦੇ ਦੇਖਿਆ, ਤੁਸੀਂ ਡਾਕੂਮੈਂਟ, ਤੁਸੀਂ ਜਦੋਂ ਤੁਸੀਂ ਡਾਕੂਮੈਂਟ 'ਚ ਕੰਮ ਕਰ ਰਹੇ ਹੁੰਦੇ ਆ, ਤੁਸੀਂ ਉਹਨੂੰ ਕਲੋਜ਼ ਕਰਨ ਦੀ ਕੋਸ਼ਿਸ਼ ਕਰੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਕੀ ਕਹੂਗਾ, ਡੂ ਯੂ ਵਾਂਟ ਟੂ ਸੇਵ ਇਟ, ਇਹ ਤੁਹਾਨੂੰ ਮੈਸੇਜ ਆਏਗਾ। ਡੈਫੀਨੇਟਲੀ ਤੁਸੀਂ ਕਹੋਗੇ ਯੈਸ, ਆਉਂਦਾ ਨਾ ਮੈਸੇਜ। ਉਹ ਬੇਸਿਕਲੀ ਕੀ ਕਰ, ਹਾਂ ਉਹ ਕੀ ਕਹਿੰਦਾ ਹੈਗਾ, ਬੇਸਿਕਲੀ ਪਰਪਸ ਕੀ ਹੈ, ਰੈਮ ਟੈਂਪਰੇਰੀ ਮੈਮਰੀ ਆ, ਰੈਮ ਤੁਸੀਂ ਸਟੋਰ ਨਹੀਂ ਕਰ ਸਕਦੇ, ਰੈਮ ਸਿਰਫ ਕੰਮ ਕਰ ਰਹੇ ਆ, ਪਰ ਅਲਟੀਮੇਟਲੀ ਜਿਹੜਾ ਫਾਈਨਲ ਤੁਹਾਡੀ ਪਰਮਾਨੈਂਟ ਸਟੋਰੇਜ ਕਾਹਦੇ 'ਚ ਹੋਣੀ, ਤੁਹਾਡੀ ਹਾਰਡ ਡਿਸਕ ਦੇ ਵਿੱਚ। ਸੋ ਤੁਹਾਨੂੰ ਪੁੱਛੇਗਾ ਵੀ ਕਿੱਥੇ ਸਟੋਰ ਕਰਨਾ ਹੈਗਾ, ਤਾਂ ਤੁਸੀਂ ਫਾਈਲ ਨੇਮ ਦੇ ਦੇਣੇ ਹੈਗੇ ਆ। ਜੇ ਤੁਸੀਂ ਫਾਈਲ ਨੇਮ ਨਹੀਂ ਦਿੰਦੇ ਹੋ ਤਾਂ ਡਾਕੂਮੈਂਟ ਆਪਣੇ ਆਪ ਬਣਾ ਦਿੰਦਾ, ਅਦਰਵਾਈਜ਼ ਪਰ ਲੋਕੇਸ਼ਨ ਜ਼ਰੂਰ ਪੁੱਛੂਗਾ। ਜੇ ਲੋਕੇਸ਼ਨ ਵੀ ਤੁਸੀਂ ਨਹੀਂ ਦੱਸਦੇ ਤਾਂ ਕੀ ਕਰੇਗਾ, ਉਹ ਸੀ ਦੇ ਵਿੱਚ ਮਾਈ ਡਾਕੂਮੈਂਟ ਫੋਲਡਰ ਹੁੰਦਾ ਹੈਗਾ, ਮਾਈ ਡਾਕੂਮੈਂਟ, ਆਟੋਮੈਟਿਕਲੀ ਕੀ ਆ, ਮਾਈ ਡਾਕੂਮੈਂਟ ਫੋਲਡਰ ਦੇ ਵਿੱਚ ਤੁਹਾਨੂੰ ਸਟੋਰ ਕਰ ਦੂਗਾ। ਬੇਸਿਕਲੀ ਸੀ ਕਿਹੜੀ ਹੋਗੀ ਤੁਹਾਡੀ, ਸੀ ਕੀ ਹੈ ਤੁਹਾਡੀ, ਹਾਰਡ ਡਿਸਕ। ਸੋ ਜਦੋਂ ਵੀ ਤੁਸੀਂ ਕੰਮ ਕਰਦੇ ਹੈਗੇ ਆ ਕੰਪਿਊਟਰ ਤੇ, ਤੁਸੀਂ ਹਮੇਸ਼ਾ ਰੈਮ ਦੇ ਵਿੱਚ ਕੰਮ ਕਰਦੇ ਹੈਗੇ ਆ। ਰੈਮ 'ਚ ਕੰਮ ਕਰਨ ਤੋਂ ਬਾਅਦ ਤੁਹਾਨੂੰ ਜਦੋਂ ਤੁਸੀਂ ਪਰਮਾਨੈਂਟਲੀ ਡਾਟਾ ਸਟੋਰ ਕਰਨਾ ਤਾਂ ਤੁਸੀਂ ਹਾਰਡ ਡਿਸਕ ਕਰ ਦੇਂਗੇ ਆ। ਹਾਰਡ ਡਿਸਕ ਚਾਹੇ ਤੁਸੀਂ ਡੈਸਕਟਾਪ ਤੇ ਵੀ ਕੰਮ ਕਰ ਰਹੇ ਹੋ, ਜੇ ਤੁਸੀਂ ਡੈਸਕਟਾਪ ਤੇ ਵੀ ਸੇਵ ਕਰ ਰਹੇ ਆ ਨਾ, ਡੈਸਕਟਾਪ ਤੇ, ਤਾਂ ਡੈਸਕਟਾਪ ਦਾ ਮਤਲਬ ਕੀ ਹੈ, ਡੈਸਕਟਾਪ ਕਿੱਥੇ ਹੈਗਾ, ਕਦੇ ਨੋਟ ਕਰਿਓ ਡੈਸਕਟਾਪ ਦਾ ਪਾਥ ਕੀ ਹੁੰਦਾ ਹੈਗਾ। ਡੈਸਕਟਾਪ ਦਾ ਪਾਥ ਕੀ ਹੁੰਦਾ ਹੈਗਾ, ਹਮੇਸ਼ਾ ਕੀ ਹੈ, ਇਹ ਉਹਦੇ ਤੇ ਤੁਹਾਡੇ ਸੀ ਡਰਾਈਵ ਦੇ ਵਿੱਚ ਹੁੰਦਾ, ਸੀ ਪਾਰਟੀਸ਼ਨ ਦੇ ਵਿੱਚ ਹੁੰਦਾ ਹੈਗਾ। ਸੋ ਤੁਸੀਂ ਆਪੇ ਹੀ ਇੰਪੋਰਟੈਂਸ ਦੇਖ ਸਕਦੇ ਹੋ ਰੈਮ ਦੀ ਕੀ ਇੰਪੋਰਟੈਂਸ ਹੈਗੀ ਆ। ਜੇ ਤੁਹਾਡੇ ਸਿਸਟਮ 'ਚ ਰੈਮ ਨਹੀਂ ਹੈ ਤਾਂ ਤੁਹਾਡਾ ਸਿਸਟਮ ਕੰਮ ਨਹੀਂ ਕਰੇਗਾ। ਜੇ ਰੈਮ ਫਾਲਟੀ ਆ ਤਾਂ ਵੀ ਕੰਮ, ਜੇ ਰੈਮ ਘੱਟ ਹੈਗੀ ਆ ਤਾਂ ਕੀ ਹੋਏਗਾ, ਤੁਹਾਡਾ ਸਿਸਟਮ ਸਲੋ ਹੋਏਗਾ ਤੇ ਬਹੁਤੀਆਂ ਐਪਲੀਕੇਸ਼ਨਸ ਖੁੱਲਦੀਆਂ ਨਹੀਂ। ਸੋ ਕਦੇ ਵੀ ਤੁਸੀਂ ਕਈ ਵਾਰ ਕੋਈ ਗੇਮ ਖੇਲਣੀ ਹੋਵੇ ਤਾਂ ਆਪਾਂ ਕਹਿੰਦੇ ਆ ਸਿਸਟਮ ਦੀ ਰੈਮ ਵਧਾ ਦਿਓ। ਸੋ ਨੈਚੁਰਲੀ ਕੀ ਆ, ਰੈਮ ਦੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਸ ਹੈਗੀ ਆ, ਜਿੰਨੀ ਹਾਰਡ ਡਿਸਕ ਦੀ ਇੰਪੋਰਟੈਂਸ ਰੈਮ ਦੀ ਆ। ਈਵਨ ਰੈਮ ਦੀ ਇੰਨੀ ਇੰਪੋਰਟੈਂਸ ਹੈਗੀ ਆ, ਜੇ ਸਿਸਟਮ ਤੁਸੀਂ ਜਦੋਂ ਸਟਾਰਟ ਕਰ ਦੇਂਗੀਆਂ ਉਦੋਂ ਵੀ ਰੈਮ ਦਾ ਹੀ ਰੋਲ ਹੈ। ਤੁਹਾਡਾ ਜਿਹੜਾ ਆਪਰੇਟਿੰਗ ਸਿਸਟਮ ਲੋਡ ਹੁੰਦਾ ਹੈਗਾ, ਹਮੇਸ਼ਾ ਰੈਮ 'ਚ ਲੋਡ ਹੁੰਦਾ ਹੈਗਾ। ਉਹ ਵੀ ਤੁਹਾਨੂੰ ਮੈਂ ਪ੍ਰੋਸੈਸ ਦੱਸਾਂਗਾ ਕਿਸ ਤਰ੍ਹਾਂ ਬੂਟ ਹੁੰਦਾ ਸਿਸਟਮ। ਸੋ ਰੈਮ ਦੀ ਸੋ
ਰੈਮ ਜਿਹੜਾ ਹਮੇਸ਼ਾ ਕਿਸ ਫਾਰਮ ਚ ਆਉਂਦੀ ਹੈ, ਇੱਕ ਰੈਮ ਦਾ ਸਲੋਟ ਬਣਿਆ ਹੁੰਦਾ ਹੈਗਾ। ਜਿਹੜੀ ਰੈਮ ਹੈਗੀ ਆ ਉਹ ਇਸ ਫਾਰਮ ਚ ਹੁੰਦੀ ਹੈ, ਇੱਕ ਇੱਕ ਸਰਕਟ ਇਦਾਂ ਦਾ, ਕੀ ਇੱਕ ਚਿਪ ਟਾਈਪ ਹੁੰਦੀ ਹੈਗੀ, ਚਿਪ ਨਾ ਕੋ ਇੱਕ ਤੇ ਉਹਦੇ ਤੇ ਕੀ ਆ ਇਦਾਂ ਕਰਕੇ ਇਹ ਰੈਮ ਜਿਹੜੀ ਹੁੰਦੀ ਹੈਗੀ ਆ ਇੱਕ ਰੈਕਟੈਂਗੂਲਰ ਸ਼ੇਪ ਚ ਹੁੰਦੀ ਹੈਗੀ ਆ। ਹਮੇਸ਼ਾ ਜਿਹੜੀ ਰੈਮ ਹੋਊਗੀ ਉਹਦਾ ਸਾਈਜ਼ ਹੋਊਗਾ, ਜਿਵੇਂ ਅੱਜ ਕੱਲ੍ਹ ਰੈਮ ਦਾ ਸਾਈਜ਼ ਹੁੰਦਾ ਜਿਵੇਂ 2 GB 4 GB 8 GB, ਇਹ ਕੀ ਆ ਰੈਮ ਦਾ ਸਾਈਜ਼ ਆ। ਤੇ ਜਿਹੜਾ ਜੇ ਮੈਂ ਮੈਮਰੀ ਸਲੋਟ ਦੀ ਗੱਲ ਕਰ ਰਿਹਾ ਤਾਂ ਨੈਚੁਰਲੀ ਜਿਹੜੀ ਤੁਸੀਂ ਬਾਹਰੋਂ ਰੈਮ ਬਾਈ ਕਰਦੇ ਹੈਗੇ ਆ ਤੇ ਰੈਮ ਲੱਗਦੀ ਕਾਹਦੇ 'ਚ ਇਦਾਂ ਕਰਕੇ ਇੱਕ ਰੈਮ ਸਲੋਟ ਬਣਿਆ ਹੁੰਦਾ ਹੈਗਾ, ਰੈਮ ਸਲੋਟ ਜਿਹਦੀ ਗੱਲ ਕਰ ਰਹੇ ਆ, ਰੈਮ ਸਲੋਟ। ਸੋ ਇਹ ਵਾਲੀ ਜਿਹੜੀ ਰੈਮ ਹੈਗੀ ਆ 2 GB 4 GB ਜਾਂ 8 GB ਦੀ ਜਿਹੜੀ ਵੀ ਰੈਮ ਹੈਗੀ ਆ, ਉਹ ਤੁਸੀਂ ਕੀ ਕਰਦੇ ਹੈਗੇ ਆ, ਉਹ ਜਿਹੜੀ ਰੈਮ ਹੈਗੀ ਆ 2 GB 4 GB ਜਾਂ 8 GB ਦੀ ਹੈਗੀ ਆ, ਉਹ ਕਾਹਦੇ 'ਚ ਪਲੇਸ ਕਰ ਦਿੰਦੇ ਹੈਗੇ ਆ, ਰੈਮ ਸਲੋਟ ਦੇ ਵਿੱਚ। ਸੋ ਮੈਮਰੀ ਸਲੋਟ ਉਸ ਸਿਸਟਮ ਦੇ ਵਿੱਚ ਕਿ ਮੈਮਰੀ ਸਲੋਟ ਆਏਗਾ ਜਿਹਨੂੰ ਰੈਮ ਸਲੋਟ ਕਹਿੰਦੇ ਆ, ਜਿਹਦੇ 'ਚ ਕੀ ਆ ਮੈਮਰੀ ਪਲੇਸ ਕਰ ਸਕਦੇ। ਸੋ ਇਹ ਜਿਹੜੀ ਮੈਮਰੀ ਸਲੋਟ ਹੁੰਦਾ ਹੈਗਾ ਇਹ ਡਿਪੈਂਡ ਕਰਦਾ ਹੈਗਾ ਜਿਸ ਤਰ੍ਹਾਂ ਦਾ ਸਲੋਟ ਆ ਉਹਦੇ ਅਕੋਰਡਿੰਗ ਵੀ ਫਿੱਟ ਹੋਏਗੀ। ਇਹ ਨਹੀਂ ਹੈ ਤੁਸੀਂ ਜੇ ਕੋਈ ਪੁਰਾਣੀ ਰੈਮ ਲਿਆਓ ਤਾਂ ਨਵੇਂ ਸਿਸਟਮ ਲਾ ਦਿਓ, ਜਿਸ ਤਰ੍ਹਾਂ ਰੈਮ ਸਲੋਟ ਜਿਹੜਾ ਸਪੋਰਟ ਕਰੂਗਾ ਜਿਹੜੀ ਵੀ ਤੁਹਾਡੀ ਰੈਮ ਨੂੰ, ਉਹੀ ਰੈਮ ਲੱਗੇਗੀ। ਜਿਵੇਂ ਰੈਮ ਦੀਆਂ ਟਾਈਪਸ ਵੀ ਆ ਜਾਂਦੀਆਂ, DDR ਰੈਮ ਅੱਜ ਕੱਲ੍ਹ ਚੱਲਦੀਆਂ, DDR1 DDR2 DDR3 DDR4, ਡਬਲ ਡਾਟਾ ਰੇਟ ਇਹਨੂੰ ਕਹਿੰਦੇ, ਡਬਲ ਡਾਟਾ ਰੇਟ, ਇਹ ਟਾਈਪਸ ਹੈਗੀਆਂ। ਸੋ ਜਿਹੜਾ ਸਲੋਟ ਆ ਜੇ ਤੁਸੀਂ ਲੇਟੈਸਟ ਕੰਪਿਊਟਰ ਲਾਓਗੇ ਉਹਦੇ ਵਿੱਚ ਕੀ ਆ ਡਿਫਰੈਂਟ ਤਰ੍ਹਾਂ ਦੇ ਇਹ ਰੈਮ ਸਲੋਟਸ ਆਉਣਗੇ, ਜਿਵੇਂ DDR3 4 ਸਲੋਟਸ ਆਉਣਗੇ, ਉਹਦੇ ਅਕੋਰਡਿੰਗਲੀ ਹੀ ਰੈਮ ਫਿੱਟ ਹੋਏਗੀ। ਸੋ ਮਾਰਕੀਟ 'ਚ ਬਾਈ ਕਰਨੀ ਹੈ। ਸੋ ਕੀ ਹੈ ਰੈਮ ਇਹਨਾਂ 'ਚ ਪਲੇਸ ਕੀਤੀ ਜਾਂਦੀ ਹੈਗੀ ਆ। ਤੇ ਰੈਮ ਨੂੰ ਵੀ ਜਿਹੜੇ ਸਲੋਟ ਹੈਗੇ ਦੋ ਤਰ੍ਹਾਂ ਦੇ ਹੁੰਦੇ ਆ, ਸਿਮ ਐਂਡ ਡਿਮ। ਕਿਹੜੇ ਹੁੰਦੇ ਹੈਗੇ ਆ ਰੈਮ ਸਲੋਟ? ਸਿਮ ਐਂਡ ਡਿਮ, ਦੋ ਤਰ੍ਹਾਂ ਦੇ ਹੁੰਦੇ ਆ, ਸਿਮ ਤੇ ਡਿਮ। ਸਿਮ ਦਾ ਮਤਲਬ ਹੈ ਸਿੰਗਲ ਇਨਲਾਈਨ ਮੈਮਰੀ ਮੋਡਿਊਲ। ਕੀ ਹੈ? ਸਿੰਗਲ ਇਨਲਾਈਨ ਮੈਮਰੀ ਮੋਡਿਊਲ। ਤੇ ਡਿਮ ਹੁੰਦੀ ਹੈਗੀ ਆ, ਉਹ ਕੀ ਹੁੰਦੀ ਆ, ਸਿੰਗਲ ਦੀ ਜਗ੍ਹਾ ਆਪਾਂ ਡਬਲ ਕਰ ਦਿੰਦੇ ਆ, ਡਬਲ ਇਨਲਾਈਨ ਮੈਮਰੀ ਮੋਡਿਊਲ। ਸੋ ਜਿਹੜੇ ਸਲੋਟ ਹੁੰਦੇ ਦੋ ਤਰ੍ਹਾਂ ਦੇ ਹੁੰਦੇ ਆ, ਜਾਂ ਸਿਮ ਤੇ ਡਿਮ ਹੁੰਦੇ ਹੈਗੇ ਆ। ਤੇ ਜਿਹੜੀ ਮੈਮਰੀ ਦੀ ਟਾਈਪ ਹੈਗੀ ਆ ਰੈਮ ਜਿਹੜੀ ਆ ਉਹ ਕਿੰਨੇ ਤਰ੍ਹਾਂ ਦੀ ਆ ਸਕਦੀ ਹੈਗੀ ਆ, ਜਿਹੜੀ ਅੱਜ ਕੱਲ੍ਹ ਚੱਲਦੀ DDR1 2 3 DDR4, ਅੱਜ ਕੱਲ੍ਹ DDR4 ਰੈਮ ਚੱਲਦੀ ਹੈ, ਐਸੋ ਹੀ ਲੇਟੈਸਟ ਚੱਲ ਰਹੀ ਹੋਗੀ। ਸੋ ਰੈਮ ਸਲੋਟ ਦੇ ਵਿੱਚ ਇਹ ਰੈਮ ਲੱਗ ਜਾਂਦੀ। ਰੈਮ ਆਪਾਂ ਇਦਾਂ ਦੀ ਬਾਈ ਕਰਦੇ। ਇੱਕ ਕੀ ਹੈ, ਇੱਕ ਰੈਕਟੈਂਗੂਲਰ ਸ਼ੇਪ ਦੀ ਇੱਕ ਚਿਪ ਹੁੰਦੀ ਹੈਗੀ ਆ, ਰੈਕਟੈਂਗੂਲਰ ਸ਼ੇਪ ਦੀ ਬਣੀ ਹੁੰਦੀ ਆ, ਉਹਨੂੰ ਆਪਾਂ ਪਲੇਸ ਕਰ ਦਿੰਦੇ ਹਾਂ। ਇਹ ਡਿਫਰੈਂਟ ਸਾਈਜ਼ 'ਚ ਆਉਂਦੀ ਹੈਗੀ ਆ, ਅੱਜ ਕੱਲ੍ਹ ਬਹੁਤ ਹੀ ਥਿਨ ਸਾਈਜ਼ 'ਚ ਆ ਰਹੀ ਹੈਗੀ ਆ, ਤੁਸੀਂ ਕੰਪਿਊਟਰ ਖੋਲ ਕੇ ਦੇਖ ਸਕਦੇ ਹੋ। ਸੋ ਦੂਸਰਾ ਇੰਪੋਰਟੈਂਟ ਪਾਰਟ ਜਿਹੜਾ ਹੈਗਾ ਰੈਮ ਸਲੋਟ ਹੈ, ਜਿਹਨੂੰ ਮੈਮਰੀ ਸਲੋਟ ਵੀ ਕਹਿੰਦੇ ਆ ਤੇ ਰੈਮ ਸਲੋਟ ਵੀ ਕਹਿੰਦੇ ਆ। ਦੈਨ ਜਿਹੜਾ ਥਰਡ ਕੰਪੋਨੈਂਟ ਹੈਗਾ ਕੈਸ਼ ਮੈਮਰੀ। ਤੁਹਾਨੂੰ ਉਸ ਦਿਨ ਵੀ ਦੱਸਿਆ ਸੀ ਕੈਸ਼ ਮੈਮਰੀ ਕੀ ਹੈ, ਬੇਸਿਕਲੀ ਕੀ ਹੈ, ਇਹ ਕੀ ਆ ਹਾਈ ਸਪੀਡ ਮੈਮਰੀ। ਕਿਹੜੀ ਹੈਗੀ ਆ? ਹਾਈ ਸਪੀਡ ਮੈਮਰੀ। ਮੀਨਸ ਕੀ ਇਹਦਾ ਪਰਪਸ ਕੀ ਹੈ? ਹਾਈ ਸਪੀਡ ਮੈਮਰੀ ਦਾ ਪਰਪਸ ਹੈ, ਇਹ ਬੇਸਿਕਲੀ ਕੀ ਹੈ, CPU ਦੇ ਨੇੜੇ ਹੁੰਦੀ ਆ। ਜੇ CPU ਹੈ, ਇਟ ਇਜ਼ ਨੀਅਰੈਸਟ ਟੂ CPU, ਇਹ ਤੁਹਾਡੀ ਕੀ ਹੈ ਕੈਸ਼, ਇਹ ਨੀਅਰੈਸਟ ਹੋਏਗੀ। ਤਾਂ ਕੀ ਹੈ CPU ਨੂੰ ਵਾਰ-ਵਾਰ ਉਹ ਸੈਟ ਆਫ ਇੰਸਟਰਕਸ਼ਨਸ ਜਿਹੜੀਆਂ ਜ਼ਰੂਰੀ ਹੁੰਦੀਆਂ, ਵਾਰ-ਵਾਰ ਰੈਪੀਟੀਸ਼ਨ ਹੁੰਦੀ ਹੈਗੀ ਆ, ਉਹ ਵਾਲਾ ਡਾਟਾ ਕਿੱਥੇ ਰੱਖਿਆ ਜਾਂਦਾ? ਕੈਸ਼ ਦੇ ਵਿੱਚ। ਈਵਨ ਅੱਜ ਕੱਲ੍ਹ ਜਿਹੜੀ ਕੈਸ਼ ਹੈਗੀ ਆ ਇਹ CPU ਦੇ ਉੱਪਰ ਵੀ ਹੁੰਦੀ ਹੈਗੀ ਆ। CPU ਜਿਹੜਾ ਪ੍ਰੋਸੈਸਰ ਹੁੰਦਾ ਉਹਦੇ ਉੱਪਰ ਵੀ ਕੈਸ਼ ਹੁੰਦੀ ਹੈਗੀ। ਇਹ ਜਿਹੜੀ ਕੈਸ਼ ਹੈਗੀ ਆ ਇਹ ਬੇਸਿਕਲੀ ਕੰਮ ਕੀ ਕਰਦਾ? ਬਫਰਿੰਗ ਦਾ ਕੰਮ ਕਰਦੀ ਹੈ। ਬਫਰ ਮੈਮਰੀ ਕੀ ਹੁੰਦੀ ਹੈਗੀ ਆ? ਬਫਰ, ਜਦੋਂ ਵੀ ਆਪਾਂ ਬਫਰਿੰਗ ਦੀ ਗੱਲ ਕਰਦੇ ਹਾਂ, ਬਫਰਿੰਗ ਦਾ ਮਤਲਬ ਹੈ ਕੁਝ ਚੀਜ਼ ਆਪਾਂ ਟੈਂਪਰਲੀ ਸਟੋਰ ਕਰਨੀ। ਟੈਂਪਰਰੀ ਮੀਨ ਕਿ ਫਾਰ ਦਾ ਟਾਈਮਿੰਗ ਸਟੋਰ ਕਰ ਦੇਣੀ, ਉਸ ਤੋਂ ਬਾਅਦ ਬਫਰ ਖਾਲੀ ਹੋ ਜਾਣਾ ਹੈਗਾ। ਠੀਕ ਹੈ, ਬਫਰ ਖਾਲੀ ਹੋ ਜਾਂਦਾ, ਫਿਰ ਨਵੀਆਂ ਸੈਟ ਆਫ ਇੰਸਟਰਕਸ਼ਨ। ਸੋ ਕੀ ਹੈ, CPU ਨੂੰ ਜਿਹੜੀ ਚੀਜ਼ ਚਾਹੀਦੀ ਹੈ ਕਈ ਵਾਰ ਐਡਵਾਂਸ ਕੀ ਹੈ ਉਹ ਕੈਸ਼ ਮੈਮਰੀ ਦੇ ਵਿੱਚ ਆ ਜਾਂਦੀ ਹੈਗੀ ਆ। ਤੇ ਕੈਸ਼ ਮੈਮਰੀ ਨੂੰ ਬਜਾਏ ਕਿ ਉਹਨੇ ਹਾਰਡ ਡਿਸਕ ਤੋਂ ਉਠਾਉਣੀ ਚੀਜ਼, ਜਿਵੇਂ ਸਪੋਜ਼ ਇਹ ਹਾਰਡ ਡਿਸਕ ਹੈਗੀ ਆ,
ਇਹ ਹਾਰਡ ਡਿਸਕ ਹੈ। ਹਾਰਡ ਡਿਸਕ ਤੋਂ ਸਾਰਾ ਡਾਟਾ ਨਹੀਂ ਉਠਾਉਂਦੀ, ਜ਼ਿਆਦਾ ਜਿਹੜਾ CPU ਕਮਿਊਨੀਕੇਟ ਕਰਦਾ ਹੈਗਾ, ਕਦੇ ਵੀ ਐਕਸਟਰਨਲ ਸਟੋਰੇਜ ਨਾਲ ਡਾਇਰੈਕਟ ਨਹੀਂ ਕਮਿਊਨੀਕੇਟ ਕਰਦਾ ਹੈਗਾ। ਡਾਟਾ ਜਿਹੜਾ ਕਾਹਦੇ ਚਲਾ ਜਾਂਦਾ, ਕੈਸ਼ ਜਾਂ ਰੈਮ ਦੇ ਵਿੱਚ, ਰੈਮ ਜਾਂ ਕੈਸ਼ ਜਾਂ ਮੈਮਰੀ 'ਚ ਹੋਏਗਾ ਜਾਂ ਕੈਸ਼ ਮੈਮਰੀ 'ਚ ਹੋਏਗਾ। ਸੋ ਇੱਥੋਂ CPU ਦੇ ਨਾਲ ਜ਼ਿਆਦਾ ਕੰਮ ਕਰਦਾ ਹੈਗਾ। ਤੇ ਜ਼ਿਆਦਾਤਰ ਜਿਹੜੀ ਇਹ ਕੈਸ਼ ਮੈਮਰੀ ਹੁੰਦੀ ਹੈਗੀ ਆ, ਇਹਦੀ ਜਿਹੜੀ ਮੈਜ਼ਰਮੈਂਟ ਕੀਤੀ ਜਾਂਦੀ ਹੈ, ਇਹ ਹੁੰਦੀ ਹੈ ਜਿਵੇਂ 256 KB ਦੀ ਹੋ ਗਈ ਜਾਂ 512 KB, ਇੰਨਾ ਸਾਈਜ਼ ਹੁੰਦਾ ਕੈਸ਼ ਦਾ, ਜਾਂ 1 MB, ਜਾਂ ਇਸ ਤੋਂ ਵੱਡੇ ਸਿਸਟਮ 'ਚ ਹੋ ਸਕਦਾ। ਸੋ ਜੇ ਕੈਸ਼ ਮੈਮਰੀ ਦਾ ਸਾਈਜ਼ ਕਿੰਨਾ ਹੋਊਗਾ, ਜਾਂ 256 KB, 512 KB, 1 MB, ਇੰਨਾ ਕੈਸ਼ ਮੈਮਰੀ ਹੋਏਗੀ। ਸਿਰਫ ਇੱਕ ਬਹੁਤ ਥੋੜਾ ਡਾਟਾ ਰੱਖਦੀ ਹੈਗੀ ਹੈ, ਪਰ ਜਿਹੜਾ ਡਾਟਾ CPU ਨੂੰ ਅਸੈਸ ਮਿਲਦਾ ਹੈਗਾ। ਤੁਹਾਨੂੰ ਮੈਂ ਐਗਜ਼ਾਮਪਲ ਵੀ ਉਸ ਦਿਨ ਦੱਸੀ ਸੀ, ਜਿਸ ਤਰ੍ਹਾਂ ਮੈਂ ਇਲੈਕਟ੍ਰੀਸ਼ੀਅਨ ਦੀ ਗੱਲ ਕੀਤੀ ਸੀ ਕਿ ਉਹਨੇ ਆਪਦੇ ਕੋਲ ਪਲਾਇਰ ਵਗੈਰਾ ਜਾਂ ਸਕਰੂ ਡਰਾਈਵਰ ਉਹਦੇ ਬਿਲਕੁਲ ਆਪਦੀ ਪਾਕਟ 'ਚ ਰੱਖੇ ਹੁੰਦੇ ਆ, ਜਦੋਂ ਰਿਪੇਅਰ ਕਰਦਾ ਜਾਂ ਕੋਈ ਦੂਰ। ਹੁਣ ਕਾਰਨ ਕੀ, ਉਹਨੂੰ ਵਾਰ-ਵਾਰ ਉਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਉਹਨੂੰ ਪਤਾ ਵੀ ਇਹ ਨਹੀਂ ਵੀ ਨੀਚੇ ਉਤਰ ਕੇ ਪਹਿਲਾਂ ਮੈਂ ਪਲਾਇਰ ਚੱਕੂੰਗਾ, ਫਿਰ ਮੈਂ ਆਪਣਾ ਸਕਰੂ ਡਰਾਈਵਰ ਚੱਕੂੰਗਾ। ਉਹ ਆਪਦੇ ਕੋਲ ਰੱਖਦਾ ਹੈਗਾ, ਪਾਕਟ 'ਚ ਰੱਖਦਾ, ਤਾਂ ਕਿ ਉਹਨੂੰ ਵਾਰ-ਵਾਰ ਜ਼ਰੂਰਤ ਪੈਂਦੀ ਹੈ। ਸੋ ਫਾਸਟ ਮੈਮਰੀ ਹੈਗੀ ਆ ਕੈਸ਼ ਮੈਮਰੀ, ਇਹ ਕੀ ਕਰਦੀ ਹੈਗੀ ਆ, ਹਾਈ ਸਪੀਡ ਜਿਹੜਾ ਡਾਟਾ ਹੈਗਾ ਉਹਦੇ ਵਾਸਤੇ ਹੁੰਦੀ ਹੈਗੀ ਆ, ਬਫਰਿੰਗ ਦਾ ਕੰਮ ਕਰਦੀ ਹੈਗੀ। ਸੋ ਇਹ ਜ਼ਿਆਦਾਤਰ ਇਹ ਜਿਸ ਕਿਸ ਫਾਰਮ 'ਚ ਹੁੰਦੀ, ਇਹਨੂੰ ਕਹਿੰਦੇ ਆ L1 ਕੈਸ਼ ਜਾਂ L2। ਇਹਦਾ ਨਾਮ ਕੀ ਹੈ, L1 ਕੈਸ਼ ਜਾਂ L2 ਕੈਸ਼। ਜੇ ਕਦੇ ਵੀ ਕੈਸ਼ ਦੀ ਗੱਲ ਕਰੋਗੇ ਤਾਂ ਕੈਸ਼ ਨੂੰ ਕਿਸ ਮੈਮਰੀ ਨਾਲ ਯਾਦ ਕੀਤਾ ਜਾਂਦਾ ਹੈਗਾ, ਰਿਮੈਂਬਰ ਕੀਤਾ L1 ਕੈਸ਼ ਜਾਂ L2 ਕੈਸ਼। ਠੀਕ ਹੈ ਜੀ। ਸੋ ਦਿਸ ਇਜ਼ ਆਲ ਅਬਾਊਟ ਕੈਸ਼ ਮੈਮਰੀ। ਇਹ ਦੂਸਰਾ ਕੰਪੋਨੈਂਟ ਹੈ। ਹੁਣ ਆ ਜਾਂਦਾ ਥਰਡ ਕੰਪੋਨੈਂਟ, ਜਿਹੜਾ ਤੁਸੀਂ ਦੇਖੋ ਹਰੇਕ ਦੀ ਆਪਣੀ ਆਪਣੀ ਇੰਪੋਰਟੈਂਸ ਹੈਗੀ ਆ। ਜੇ ਡੇਲੀ ਲਾਈਫ 'ਚ ਕੋਈ ਬੰਦਾ ਕੰਮ ਕਰ ਰਿਹਾ ਨਾ, ਤਾਂ ਉਹ ਵੀ ਇਦਾਂ ਹੀ ਕੰਮ ਕਰ ਰਿਹਾ ਹੁੰਦਾ ਹੈਗਾ। ਹੁਣ ਫੋਰਥ ਜਿਹੜਾ ਪੁਆਇੰਟ ਹੈ, ਫੋਰਥ ਜਿਹੜਾ ਦਾ ਪਾਰਟ ਹੈ, ਡੈਟ ਇਜ਼ ਚਿਪਸੈਟ। ਦੇਖੋ ਚਿਪਸੈਟ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈਗਾ। ਚਿਪਸੈਟ ਕੀ ਕਰਦਾ ਹੈਗਾ, ਇਹਦੇ 'ਚ ਦੋ ਤਰ੍ਹਾਂ ਦੇ ਚਿਪਸੈਟ ਹੁੰਦੇ ਹੈਗੇ ਆ ਮਦਰਬੋਰਡ ਦੇ ਉੱਪਰ। ਚਿਪਸੈਟ ਦਾ ਕੰਮ ਹੈਗਾ CPU ਦੇ ਨਾਲ ਸਾਰੇ ਜਿਹੜੇ ਮੇਜਰ ਕੰਪੋਨੈਂਟਸ ਆ ਉਹਦੀ ਕਨੈਕਟੀਵਿਟੀ ਦਿੰਦਾ ਹੈਗਾ ਚਿਪਸੈਟ। ਇਹਦੇ ਦੋ ਤਰ੍ਹਾਂ ਦੇ ਹੁੰਦੇ, ਇੱਕ ਨਾਰਥ ਬ੍ਰਿਜ ਹੁੰਦਾ ਹੈਗਾ, ਨਾਰਥ ਬ੍ਰਿਜ, ਇੱਕ ਹੁੰਦਾ ਸਾਊਥ ਬ੍ਰਿਜ। ਠੀਕ ਹੈ, ਮੀਨਸ ਕੀ ਹੈ, ਇਹ ਦੋ ਤਰ੍ਹਾਂ ਦੇ। ਇਹਨੇ ਕਰਨਾ ਕੀ ਹੈ, ਹੁਣ ਚਿਪਸੈਟ ਦਾ ਕੰਮ ਕੀ ਹੈ, ਚਿਪਸੈਟ ਨੇ ਕੀ ਕਰਨਾ ਹੈਗਾ, ਜਿਹੜਾ CPU ਦੇ ਨਾਲ ਜਾਂ ਅਦਰ ਕੰਪੋਨੈਂਟਸ ਵਿੱਚ ਡਾਟਾ ਫਲੋ ਹੋਣਾ ਹੈਗਾ, ਉਹਦੀ ਇਹ ਜਿਹੜੇ ਚਿਪਸੈਟ ਹੈਗੇ ਆ, ਇਹ ਹੈਲਪ ਕਰਦੇ ਹੈਗੇ ਆ। ਸੋ ਸਭ ਤੋਂ ਪਹਿਲਾਂ ਜਿਹੜਾ ਨਾਰਥ ਬ੍ਰਿਜ ਹੈ, ਨਾਰਥ ਬ੍ਰਿਜ, ਇਹ ਕੀ ਹੈ, ਸਾਰੀ ਚਿਪਸੈਟ ਦਾ ਮਤਲਬ ਕੀ ਆ, ਇੱਕ ਜਿਵੇਂ 3-4 ਚਿਪਸ ਦਾ ਇੱਕ ਕੰਬੀਨੇਸ਼ਨ ਹੋਵੇ, ਗਰੁੱਪ ਹੋਵੇ, ਉਹਨੂੰ ਆਪਾਂ ਚਿਪਸੈਟ ਕਹਿ ਦਿੰਦੇ ਆ। ਇਹਦੇ ਦੋ ਜਿਹੜੀ ਸਾਰੀਆਂ ਚਿਪਸ ਹੈਗੀਆਂ, ਉਹਨੂੰ ਦੋ ਪਾਰਟਸ ਡਿਵਾਈਡ ਕੀਤਾ, ਇੱਕ ਨਾਰਥ ਬ੍ਰਿਜ ਕਹਿੰਦੇ ਆ, ਇੱਕ ਸਾਊਥ ਬ੍ਰਿਜ। ਹੁਣ ਨਾਰਥ ਬ੍ਰਿਜ ਦਾ ਕੰਮ ਕੀ ਹੈ, ਇਹ ਕੀ ਕਰਦਾ ਹੈਗਾ, ਕੀ ਚੀਜ਼ ਹੈਂਡਲ ਕਰਦਾ ਹੈਗਾ, ਇਹ ਡਾਟਾ ਫਲੋ ਹੈਂਡਲ ਕਰਦਾ। ਕਿਹਦਾ ਹੈਗਾ, ਡਾਟਾ ਫਲੋ ਬਿਟਵੀਨ ਮੇਨ ਮੈਮਰੀ ਤੁਹਾਡੀ ਕਿਹੜੀ ਹੈਗੀ ਆ, ਰੈਮ, ਮੇਨ ਮੈਮਰੀ ਐਂਡ CPU। ਮੀਨਸ ਕੀ ਹੈ, ਇਹ ਤੁਹਾਡੀ ਰੈਮ ਹੈ, ਇਹ CPU ਹੈ। ਇਹ ਜਿਹੜਾ ਚਿਪਸੈਟ ਦਾ ਕੰਮ ਕੀ ਹੈ, ਇਹਨਾਂ ਦੋਵਾਂ ਜਿਹੜੀ ਕਮਿਊਨੀਕੇਸ਼ਨ ਹੈਗੀ ਆ, ਉਹਨੂੰ ਹੈਂਡਲ ਕਰਦਾ ਹੈਗਾ। ਮਤਲਬ ਕੀ ਹੈ, ਜਿਹੜਾ ਫਾਸਟ ਡਾਟਾ ਟ੍ਰਾਂਸਫਰ ਹੋਣਾ ਹੈਗਾ ਮੈਮਰੀ ਤੇ CPU 'ਚ, ਉਹ ਕੌਣ ਹੈਂਡਲ ਕਰਦਾ ਹੈਗਾ, ਉਹ ਨਾਰਥ ਬ੍ਰਿਜ ਹੈਂਡਲ ਕਰਦਾ ਹੈਗਾ। ਮਤਲਬ ਜਿਹੜਾ ਫਾਸਟ ਡਾਟਾ ਮੈਮਰੀ ਤੇ CPU 'ਚ ਹੋਣਾ ਹੈਗਾ, ਉਹ ਨਾਰਥ ਬ੍ਰਿਜ ਕਰਦਾ ਹੈਗਾ। ਦੂਸਰਾ ਤੁਹਾਡਾ ਆਇਆ ਸਾਊਥ ਬ੍ਰਿਜ। ਇਹਦੀ ਮੈਂ ਡਾਇਗਰਾਮ ਵੀ ਬਣਾ ਦਾਂਗਾ ਬਾਅਦ 'ਚ, ਤੁਹਾਨੂੰ ਦੱਸ ਦਾਂਗਾ ਕਿਸ ਤਰ੍ਹਾਂ ਸਾਊਥ ਬ੍ਰਿਜ ਇਹ ਵੀ ਕਰਦਾ। ਇਹ ਹੋਰ ਡਾਟਾ ਹੈਂਡਲ ਕਰਦਾ। ਕਿਹੜੇ ਡਾਟਾ ਹੈਂਡਲ ਕਰਦਾ ਹੈਗਾ, ਹੈਂਡਲਸ ਡਾਟਾ ਫਾਰ ਮੋਸਟ ਆਫ ਪੋਰਟਸ ਪਤਾ ਕੀ ਹੈ, ਜਿੱਥੇ ਆਪਾਂ ਕਨੈਕਟ ਕਰਦੇ ਹਾਂ ਡਿਵਾਈਸ, ਕੋਈ ਕਨੈਕਟ ਕਰਦੇ ਹਾਂ, ਪੋਰਟਸ ਹੋ ਗਈਆਂ, ਜਾਂ ਤੁਹਾਡਾ ਹਾਰਡ ਡਿਸਕ ਹੋ ਗਈ, ਜਿੱਥੇ ਕਨੈਕਟਡ ਹਾਰਡ ਡਿਸਕ ਕੰਟਰੋਲਰ ਹੁੰਦਾ ਹੈਗਾ, ਦੈਨ IO ਕੰਟਰੋਲਰ ਹੁੰਦਾ ਹੈਗਾ। ਸੋ ਸਾਊਥ ਬ੍ਰਿਜ ਨੇ ਕੀ ਕਰਨਾ, ਉਹ ਡਿਵਾਈਸਿਸ ਨੂੰ ਹੈਂਡਲ ਕਰਨਾ ਜਿਹੜੇ CPU ਤੇ ਮੈਮਰੀ ਤੋਂ ਇਲਾਵਾ, ਜਿਹਦੇ 'ਚ ਮੋਸਟ ਆਫ ਪੋਰਟਸ ਆ ਜਾਂਦੀਆਂ ਤੁਹਾਡੀਆਂ,
ਉਹਨਾਂ 'ਚ ਕਿਵੇਂ ਕਮਿਊਨੀਕੇਸ਼ਨ ਹੋਣੀ ਆ, ਹਾਰਡ ਡਿਸਕ ਨੂੰ ਕਿਵੇਂ ਕਨੈਕਟ ਕੀਤਾ ਹੋਏਗਾ, ਇਨਪੁਟ ਆਊਟਪੁੱਟ ਕੰਟਰੋਲਰ ਹੈਗਾ, ਉਹ ਸਾਰਾ ਕੀ ਉਹਦੀ ਰਿਸਪੌਂਸਿਬਿਲਟੀ ਹੈਗੀ ਆ, ਇਹ ਸਾਊਥ ਬ੍ਰਿਜ ਦੀ ਆ। ਤੇ ਇਹਦੇ ਨਾਲ ਹੀ ਇਹ ਕੀ ਕਰਦਾ ਹੈਗਾ, ਜਿਹੜੇ ਤੁਹਾਡੇ ਸਾਊਂਡ ਹੋ ਗਿਆ ਜਾਂ ਵੀਡੀਓ ਚਿਪਸੈਟ ਹੈ, ਇਹ ਵੀ ਉੱਥੇ ਹੈਂਡਲ ਹੁੰਦੇ ਆ। ਇਸ ਤੋਂ ਇਲਾਵਾ ਹੋਰ ਕਿਹੜੇ ਚਿਪਸੈਟ ਹੁੰਦੇ ਹੈਗੇ ਆ, ਇੱਕ ਤਾਂ ਨਾਰਥ ਬ੍ਰਿਜ ਸਾਊਥ ਬ੍ਰਿਜ ਹੋ ਗਿਆ, ਤੇ ਇਸ ਤੋਂ ਇਲਾਵਾ ਸਾਊਂਡ ਲਈ ਵੀ ਚਿਪਸੈਟ ਹੁੰਦੇ ਹੈਗੇ ਤੇ ਵੀਡੀਓ ਚਿਪਸੈਟਸ ਹੁੰਦੇ ਹੈਗੇ। ਸੋ ਚਿਪਸੈਟਸ ਬੇਸਿਕਲੀ ਕੀ ਹੈ, ਇਹ ਜੇ ਤੁਸੀਂ ਇੰਪੋਰਟੈਂਟ ਜਿਹੜਾ ਚਿਪਸੈਟ ਹੈਗਾ ਉਹ ਇੰਟਲ ਦਾ ਚਿਪਸੈਟ ਕਹਿ ਦਿੰਦੇ ਹੈਗੇ। ਹੁਣ ਕਦੇ ਤੁਸੀਂ ਓਰੀਜਨਲ ਜਦੋਂ ਸਿਸਟਮ ਬਾਈ ਕਰਦੇ ਆ ਨਾ ਮਾਰਕੀਟ ਚੋਂ, ਜੇ ਤੁਸੀਂ ਮਦਰਬੋਰਡ ਓਰੀਜਨਲ ਲਾਓਗੇ, ਇੰਟਲ ਦਾ ਓਰੀਜਨਲ ਮਦਰਬੋਰਡ ਲਾਓਗੇ ਤੇ ਇੰਟਲ ਚਿਪਸੈਟ, ਉੱਥੇ ਕਹਿਣਗੇ ਤੁਸੀਂ ਇੰਟਲ ਚਿਪਸੈਟ ਚਾਹੀਦਾ, ਕਿਉਂਕਿ ਹੋਰ ਕੰਪਨੀਆਂ ਵੀ ਚਿਪਸੈਟ ਬਣਾਉਂਦੀਆਂ ਹੈਗੀਆਂ ਮਦਰਬੋਰਡ ਤੇ, ਜਿਵੇਂ ਅਸੂਸ ਦਾ ਮਦਰਬੋਰਡ ਹੈ ਜਾਂ ਹੋਰ ਮਦਰਬੋਰਡ ਹੈ। ਸੋ ਜਿਸ 'ਚ ਇੰਟਲ ਦਾ ਚਿਪਸੈਟ ਹੋਏਗਾ, ਇਹਦਾ ਮਤਲਬ ਕੀ ਹੈ, ਉਹ ਵਾਲਾ ਸਿਸਟਮ ਬਹੁਤ ਅੱਛਾ ਹੋਏਗਾ, ਇੰਟਲ ਦਾ ਚਿਪਸੈਟ ਹੋਏਗਾ, ਕਿਉਂਕਿ ਇੰਟਲ ਇਦਾਂ ਕੰਪਨੀ ਵਰਲਡ ਸਾਰੇ ਮਦਰਬੋਰਡ ਉਹ ਬਣਾਉਂਦੀ ਹੈਗੀ ਆ। ਇੰਟਲ ਦਾ ਪਿਓਰਲੀ ਚਿਪਸੈਟ ਲੱਗਿਆ ਹੈਗਾ ਤਾਂ ਡੈਟ ਵਿਲ ਬੀ ਬੈਟਰ। ਸੋ ਇਹ ਸਿਰਫ ਜਸਟ ਕੀ ਆ, ਜਿਹੜੇ ਮਦਰਬੋਰਡ ਤੇ ਡਿਫਰੈਂਟ ਚੀਜ਼ਾਂ ਨੂੰ ਕੰਟਰੋਲ ਕਰਦੇ ਆ, ਨਾਰਥ ਬ੍ਰਿਜ ਤੇ ਸਾਊਥ ਬ੍ਰਿਜ ਇਹ ਕਰਦੇ ਹੈਗੇ, ਮੇਨ ਮੈਮਰੀ CPU 'ਚ ਜਿਹੜਾ ਕੰਟਰੋਲ ਕਰਨਾ, ਤੇ ਸਾਊਥ ਬ੍ਰਿਜ ਦਾ ਕੰਮ ਬਾਕੀ ਸਾਰੀਆਂ ਪੋਰਟਸ, ਹਾਰਡ ਡਿਸਕ ਕੰਟਰੋਲਰ, ਆਈਓ ਕੰਟਰੋਲਰ ਨੂੰ ਕੰਟਰੋਲ ਕਰਨਾ। ਸੋ ਇਹ ਜਿਹੜਾ ਤੁਹਾਡਾ ਕੀ ਹੈ, ਫੋਰਥ ਕੰਪੋਨੈਂਟ ਹੈ। ਇੱਕ ਕੰਪੋਨੈਂਟ ਤੁਹਾਡਾ ਮੈਂ ਹੋਰ ਕਰਵਾ ਦੇਣਾ ਹੈਗਾ, ਫਿਫਥ ਕੰਪੋਨੈਂਟ ਹਜੇ ਕੰਪੋਨੈਂਟਸ ਹੋਣਗੇ, ਹਜੇ ਹੋਰ ਕੰਪੋਨੈਂਟ ਆ, ਇੱਕ ਲਾਸਟ ਕੰਪੋਨੈਂਟ ਕਰਵਾ ਦੇਣਾ, ਬਾਕੀ ਆਪਾਂ ਕੰਟੀਨਿਊ ਰੱਖਾਂਗੇ ਅਸੀਂ। ਫਿਫਥ ਕੰਪੋਨੈਂਟ ਤੁਹਾਡਾ ਹੈਗਾ ਐਕਸਪੈਂਸ਼ਨ ਸਲੌਟਸ। ਹੁਣ ਇੱਕ ਮਦਰਬੋਰਡ ਆ, ਮਦਰਬੋਰਡ ਦੇ ਉੱਪਰ ਇੱਕ ਹੋਰ ਚੀਜ਼ ਹੁੰਦੀ ਹੈਗੀ, ਉਹਨੂੰ ਆਪਾਂ ਕਹਿੰਦੇ ਆ ਐਕਸਪੈਂਸ਼ਨ ਸਲੌਟਸ ਵੀ ਕਹਿ ਦਿੰਦੇ ਹੈਗੇ, ਉਹਨੂੰ ਆਈਓ ਸਲੌਟਸ ਵੀ ਕਹਿ ਦਿੰਦੇ ਹੈਗੇ ਆ। ਮੀਨਸ ਕੀ ਹੈ, ਜਿਹੜੇ ਐਕਸਪੈਂਸ਼ਨ ਸਲੌਟਸ ਹੈਗੇ ਆ, ਇਹਨਾਂ ਦਾ ਕੰਮ ਕੀ ਹੈ, ਐਕਸਪੈਂਸ਼ਨ ਦਾ ਹਮੇਸ਼ਾ ਮਤਲਬ ਹੁੰਦਾ ਵੀ ਕਈ ਵਾਰ ਕੀ ਹੈ, ਤੁਹਾਡੇ ਜਿਹੜਾ ਤੁਸੀਂ ਮਦਰਬੋਰਡ ਆ, ਮਦਰਬੋਰਡ ਤੇ ਇਨਬਿਲਟ ਕਾਰਡ ਬਣੇ ਹੋਏ ਆ, ਤੁਹਾਡਾ ਸਾਊਂਡ ਕਾਰਡ ਬਣਿਆ ਹੈਗਾ ਜਾਂ ਡਿਸਪਲੇ ਦਾ ਬਣਿਆ ਹੈਗਾ, ਜਾਂ ਤੁਹਾਡੇ ਤੁਸੀਂ ਮਾਊਸ ਲਗਾਉਣੇ ਆ, ਕੀਬੋਰਡ ਲਗਾਉਣੇ ਆ, ਜੇ ਉਹਨਾਂ 'ਚ ਕੋਈ ਵੀ ਸਪੋਜ਼ ਬਾਈ ਚਾਂਸ ਕੋਈ ਜਿਹੜੀ ਪੋਰਟ ਆ ਖਰਾਬ ਹੋ ਜਾਏ, ਤਾਂ ਸਿਸਟਮ 'ਚ ਇੱਕ ਆਪਸ਼ਨ ਰੱਖੀ ਆ ਐਕਸਪੈਂਡ ਦਾ ਮਤਲਬ ਕੀ ਹੈ, ਜਾਂ ਤਾਂ ਕੋਈ ਨਵੀਂ ਚੀਜ਼ ਆ ਜੇ, ਐਕਸਪੈਂਡ ਦਾ ਮਤਲਬ ਕੀ ਉਹਦੇ 'ਚ ਕੋਈ ਐਡ ਔਨ ਕਰ ਸਕੀ। ਸੋ ਕੀ ਇਹਦੇ 'ਚ ਕੀ ਸਲੌਟਸ ਬਣੇ ਹੁੰਦੇ ਹੈਗੇ ਆ, ਇਦਾਂ ਕਰਕੇ ਸਲੌਟਸ ਹੁੰਦੇ ਹੈਗੇ ਆ, ਇਦਾਂ ਜਿਹਦੇ 'ਚ ਕੀ ਆ, ਆਪਾਂ ਕਾਰਡ ਪਲੇਸ ਕਰ ਸਕਦੇ ਹਾਂ। ਇਹ ਸਭ ਤੋਂ ਜਿਹੜੇ ਇੰਪੋਰਟੈਂਟ ਜਿਹੜੇ ਸਲੌਟਸ ਹੈਗੇ ਆ ਅੱਜ ਕੱਲ੍ਹ ਜਿਹੜੇ ਚੱਲਦੇ ਆ, ਡੈਟ ਇਜ਼ PCI, ਉਹਨੂੰ ਕਹਿੰਦੇ PCI। PCI ਕੀ ਆ, ਪੈਰੀਫੈਰਲ ਕੰਪੋਨੈਂਟ ਇੰਟਰਕਨੈਕਟ। ਸੋ ਇਹ ਜਿਹੜਾ PCI ਕੀ ਆ, PCI ਟਾਈਪ ਹੈਗੀ ਆ ਸਲੌਟਸ ਦੀ, ਕਿਉਂਕਿ ਇਹਦੀ ਡਿਵੈਲਪਮੈਂਟ ਹੋਈ ਹੈ ਪਹਿਲਾਂ, ਜਿਉਂ ਕਾਰਡ ਜਿਸ ਤਰ੍ਹਾਂ ਆਈ ਗਈ, ਜਿਸ ਤਰ੍ਹਾਂ ਕੰਪਿਊਟਰ ਦੀ ਡਿਵੈਲਪਮੈਂਟ ਹੋਈ, ਮਦਰਬੋਰਡ ਦੀ ਹੋਈ, ਪਹਿਲਾਂ ਜਿਸ ਤਰ੍ਹਾਂ ਕਿ ਈਜ਼ਾ ਕਾਰਡ ਹੁੰਦੇ ਸੀ, ISA, ਫਿਰ ਵੀਜ਼ਾ ਕਾਰਡ ਵਗੈਰਾ ਆਏ, ਦੈਨ ਸਿਮਿਲਰਲੀ ਕੀ ਹੈ PCI। ਅੱਜ ਕੱਲ੍ਹ ਜਿਹੜੇ ਲੇਟੈਸਟ ਚੱਲ ਰਹੇ ਹੈਗੇ ਆ PCI ਹੈਗੇ ਆ। ਜੇ ਤੁਸੀਂ ਗ੍ਰਾਫਿਕਸ ਕਾਰਡ ਦੀ ਗੱਲ ਕਰੋ, ਤੇ ਗ੍ਰਾਫਿਕਸ ਕਾਰਡ ਵਾਸਤੇ ਇੱਕ ਸਪੈਸ਼ਲ ਕਾਰਡ ਆਉਂਦਾ, ਉਹਨੂੰ ਆਪਾਂ AGP ਸਲੌਟ ਕਹਿ ਦਿੰਦੇ ਆ, ਐਕਸਲੇਟਿਡ ਗ੍ਰਾਫਿਕਸ ਪੋਰਟ। ਇਹ ਵੀ ਬਲੈਕ ਕਲਰ ਦਾ ਹੁੰਦਾ ਹੈਗਾ, ਇਦਾਂ ਕਰਕੇ ਸਲੌਟ ਬਣਿਆ ਹੁੰਦਾ ਹੈਗਾ, ਇਹ ਬਲੈਕ ਜ਼ਿਆਦਾਤਰ ਹੁੰਦਾ ਹੈਗਾ, ਬਲੈਕ ਕਲਰ ਆਊਟਰ ਬਲੈਕ ਹੁੰਦੀ ਇਹਦੀ। ਤੇ ਜਿਹੜੇ ਇਹ ਸਲੌਟ ਹੁੰਦੇ ਜ਼ਿਆਦਾਤਰ ਕੀ ਹੈ, ਇਹ ਵਾਈਟ ਕਲਰ ਦੇ ਹੁੰਦੇ। ਕਿਹੜੇ ਕਲਰ ਦੇ ਹੁੰਦੇ ਹੈਗੇ, ਵਾਈਟ ਕਲਰ ਦੇ ਸਲੌਟਸ ਮਿਲਣਗੇ ਤੁਹਾਨੂੰ। ਉਹ ਕਿਹੜੇ ਸਲੌਟਸ ਹੁੰਦੇ, PCI। ਇਹਦੇ ਤੁਸੀਂ ਕੀ ਹੈ, ਤੁਸੀਂ ਮਾਰਕੀਟ 'ਚੋਂ ਕਾਰਡ ਲਿਆਓਗੇ, ਕਾਰਡ ਇਦਾਂ ਕਰਕੇ ਇਹਦੇ 'ਚ ਕੀ ਹੈ ਫਿਕਸ ਕਰ ਦੋਗੇ, ਇਹਦੇ 'ਚ ਕੀ ਹੈ ਕਾਰਡ ਨੂੰ ਪਲੇਸ ਕਰ ਦੋਗੇ, ਸਲੌਟ ਬਣਿਆ ਹੁੰਦਾ ਇਦਾਂ ਕਰਕੇ, ਇਹਦੇ 'ਚ ਕਾਰਡ ਫਿਕਸ ਹੋ ਜਾਂਦਾ। ਜਿਵੇਂ ਤੁਸੀਂ ਰੈਮ ਲਗਾਉਣੇ ਆ, ਉਦਾਂ ਹੀ ਇਹਦੇ 'ਚ ਸਲੌਟ 'ਚ ਕੀ ਆ ਐਕਸਪੈਂਡ ਕਰ ਸਕਦੇ ਹੈਗੇ ਆ। ਤੇ ਹਰੇਕ ਜਿਹੜਾ ਸਿਸਟਮ ਆ PC 'ਚ 3 to 4 ਸਲੌਟਸ ਹੁੰਦੇ ਆ, 3 to 4 ਸਲੌਟਸ ਹੁੰਦੇ ਆ, ਮਤਲਬ ਕੀ ਆ 3 ਜਾਂ 4 ਕਾਰਡ ਲਗਾ ਸਕਦੇ ਹੈਗੇ ਆ। ਅੱਜ ਕੱਲ੍ਹ ਕੀ ਹੈ, 1 ਜਾਂ 2 ਹੀ ਰਹਿ ਗਏ ਆ ਜਿਹੜੇ ਨਵੇਂ ਸਿਸਟਮ ਹੈ, ਤੁਸੀਂ ਦੇਖਿਓ ਖੋਲ ਕੇ, ਉਹਦੇ 'ਚ 2 ਵਾਈਟ ਕਲਰ ਦੇ ਸਲੌਟਸ ਹੁੰਦੇ ਆ, PCI ਸਲੌਟਸ ਹੁੰਦੇ ਹੈਗੇ ਆ। ਜਿਹੜੇ ਪੁਰਾਣੇ ਹੁੰਦੇ ਸੀਗੇ ਸਿਸਟਮ ਹੁੰਦੇ ਸੀਗੇ, ਉਹਨਾਂ 'ਚ ਕੀ ਹੈ, ਈਵਨ ਤੁਹਾਡੀ ਜਿਹੜੀ ਹਾਰਡ ਡਿਸਕ ਕੰਟਰੋਲਰ ਹੈ, ਹਾਰਡ ਡਿਸਕ ਵੀ ਇੱਥੇ ਹੀ ਲੱਗਦੀ ਹੁੰਦੀ ਸੀ, ਹਾਰਡ ਡਿਸਕ ਨੂੰ ਕਨੈਕਟ ਕਰਨ ਵਾਸਤੇ ਕਾਰਡ ਲੱਗੇ ਹੁੰਦੇ ਸੀਗੇ, ਠੀਕ ਹੈ, ਉਹਦੇ ਵਾਸਤੇ ਵੀ ਸਲੌਟਸ ਲੱਗੇ ਹੁੰਦੇ ਸੀਗੇ। ਵੀਡੀਓ ਕਾਰਡ ਲੱਗਦੇ ਸੀਗੇ, ਲੈਨ ਕਾਰਡ ਹੋ ਗਏ ਤੁਹਾਡੇ, ਮੋਡਮ ਲਗਾਉਣਾ, ਮੋਡਮ ਲਗਾ ਸਕਦੇ ਹੈਗੇ ਆ। ਸੋ ਐਕਸਪੈਂਸ਼ਨ ਕਾਰਡ ਦਾ ਕੀ ਕੰਮ ਹੈਗਾ, ਇਹਨਾਂ 'ਚ ਕੀ ਹੈ, ਤੁਸੀਂ ਡਿਫਰੈਂਟ ਜਿਹੜੇ ਕਾਰਡਸ ਐਡ ਔਨ ਕਰ ਸਕਦੇ ਆ, ਕੀ ਕਰ ਸਕਦੇ ਆ, ਐਡ ਔਨ ਕਾਰਡਸ।
ਜੇ ਸਿਸਟਮ ਖਰਾਬ ਹੋ ਜੇ ਤਾਂ ਵੀ ਲਗਾ ਸਕਦੇ ਹੈਗੇ ਆ, ਕੋਈ ਪੋਰਟ ਖਰਾਬ ਹੋ ਜੇ ਜਾਂ ਕੋਈ ਨਵੀਂ ਐਕਸਪੈਂਸ਼ਨ ਕਰਨੀ ਆ। ਸਪੋਜ਼ ਕੀ ਹੈ, ਤੁਹਾਡੇ AGP ਸਲੋਟ ਬਣਿਆ ਹੁੰਦਾ ਹੈ, AGP ਸਲੋਟ ਜਿਹੜਾ ਗ੍ਰਾਫਿਕਸ ਦਾ, ਜੇ ਬੱਚੇ ਨੇ ਗੇਮਸ ਖੇਡਣੀਆਂ ਕੀ ਆ, ਉਹ ਮਾਰਕੀਟ ਤੋਂ AGP ਦਾ ਸਲੋਟ, AGP ਕਾਰਡ ਲੈ ਆਏਗਾ, AGP ਕੰਪੈਟੀਬਲ ਕਾਰਡ, ਤੇ ਉਹ ਕੀ ਆ, ਗੇਮਸ ਵਗੈਰਾ ਖੇਡ ਸਕਦਾ, ਆਪਦੇ ਸਿਸਟਮ ਨੂੰ ਇਨਹਾਂਸ ਕਰ ਸਕਦਾ। ਜਿਸ ਤਰ੍ਹਾਂ ਰੈਮ ਨੂੰ ਆਪਾਂ ਵਧਾ ਘਟਾ ਸਕਦੇ ਹਾਂ, ਜੇ ਤੁਹਾਡੇ ਮਦਰਬੋਰਡ ਦੀ ਰੈਮ ਜੇ ਸਪੋਜ਼ 2 GB ਹੈ, ਤੁਸੀਂ ਇਹਨੂੰ 4 GB ਕਰ ਸਕਦੇ ਆ, 8 GB ਕਰ ਸਕਦੇ ਆ, 16 GB ਕਰ ਸਕਦੇ ਆ, ਡਿਪੈਂਡ ਕਰੇ। ਸਿਮਿਲਰਲੀ ਜਿਹੜਾ AGP ਕਾਰਡ ਹੈਗਾ, ਜਾਂ ਜਿਹੜਾ ਗੇਮਸ, ਆਪਾਂ ਗੇਮਸ ਲਈ ਕੀ ਆ, ਇੱਕ ਡਿਸਪਲੇ ਕਾਰਡ ਲਗਾ ਸਕਦੇ ਹਾਂ। ਠੀਕ ਹੈ ਜੀ। ਸੋ ਦਿਸ ਇਜ਼ ਆਲ ਅਬਾਊਟ, ਇਹ ਤੁਹਾਡੇ 5 ਆਪਣੇ ਪਾਰਟਸ ਹੋ ਗਏ ਮਦਰਬੋਰਡ ਦੇ। ਬਾਕੀ